Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਰਾਗ ਗੌੜੀ ਮਾਝ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ। ਗੁਰੂ ਜੀ ਕਹਿੰਦੇ ਅਣਗਿਣਤ ਜੀਵ ਢੂੰਡਦੇ ਫਿਰਦੇ ਰਹੇ ਹਨ, ਲੱਭਦੇ ਰਹੇ ਹਨ, ਪਰ ਕਿਸੇ ਨੇ ਵੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਉਸ ਪਰਮਾਤਮਾ ਦੇ ਭਗਤ ਉਹੀ ਮਨੁੱਖ ਹੋਏ ਨੇ ਜਿਨ੍ਹਾਂ ਦੇ ਉੱਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਹਉ ਵਾਰੀਆ ਹਰ ਵਾਰੀਆ ਰਹਾਉ। ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ। ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆ। ਕਹਿੰਦੇ ਮੈਂ ਵਾਰ-ਵਾਰ ਇਹ ਸੁਣ ਕੇ ਕਿ ਇਸ ਜੀਵਨ ਪੰਥ ਦਾ ਜੋ ਰਸਤਾ ਹੈ, ਜਗਤ ਦੇ ਜੀਵਨ ਦਾ ਜੋ ਰਸਤਾ ਹੈ, ਉਹ ਬਹੁਤ ਡਰਾਉਣਾ ਹੈ। ਇਹ ਗੱਲ ਵਾਰ-ਵਾਰ ਸੁਣ ਕੇ ਮੈਂ ਬਹੁਤ ਡਰ ਗਿਆ ਸਾਂ। ਤੇ ਫਿਰ ਮੈਂ ਕੀ ਕੀਤਾ? ਮੈਂ ਤੱਕੀ ਓਟ ਸੰਤਾ ਲੇਹੋ ਉਬਾਰੀਆ। ਕਹਿੰਦੇ ਮੈਂ ਫਿਰ ਸੰਤਾਂ ਦੀ ਓਟ ਲਈ, ਸੰਤਾਂ ਦਾ ਆਸਰਾ ਤੱਕਿਆ ਤੇ ਉਹਨਾਂ ਅੱਗੇ ਅਰਦਾਸ ਕੀਤੀ ਕਿ ਇਸ ਔਖੇ ਜੀਵਨ ਪੰਥ 'ਤੇ ਮੇਰਾ ਸਾਥ ਦਿਓ, ਮੈਨੂੰ ਖਤਰਿਆਂ ਤੋਂ ਬਚਾ ਲਵੋ। ਮੋਹਨ ਲਾਲ ਅਨੂਪ ਸਰਬ ਸਧਾਰੀਆ, ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ। ਉਹ ਪ੍ਰਮਾਤਮਾ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਸੋਹਣਾ ਲਾਲ ਹੈ, ਬੜਾ ਸੁੰਦਰ ਹੈ। ਅਨੂਪ ਤੋਂ ਭਾਵ ਸੁੰਦਰ, ਸਰਬ ਸਧਾਰੀਆ ਹੈ, ਸਾਰੇ ਜੀਵਾਂ ਦਾ ਆਸਰਾ ਹੈ। ਗੁਰੂ ਜੀ ਕਹਿੰਦੇ ਮੈਂ ਆਪਣੇ ਗੁਰੂ ਦੇ ਨਿਉ ਕੇ ਪੈਰੀਂ ਲੱਗਦਾ ਹਾਂ ਤੇ ਉਹਦੇ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਪ੍ਰਮਾਤਮਾ ਮੈਨੂੰ ਦਿਖਾ ਦਿਓ, ਉਸ ਪ੍ਰਮਾਤਮਾ ਦੇ ਮੈਨੂੰ ਦਰਸ਼ਨ ਕਰਵਾ ਦਿਓ। ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ। ਕਹਿੰਦੇ ਮੈਂ ਜੀਵਨ ਦੇ ਵਿੱਚ ਮਿੱਤਰ ਤੇ ਬਹੁਤ ਬਣਾਏ ਨੇ, ਪਰ ਮੈਂ ਬਲਿਹਾਰੇ ਸਿਰਫ ਉਸ ਪ੍ਰਮਾਤਮਾ ਤੋਂ ਜਾਂਦਾ ਹਾਂ, ਕਿਉਂਕਿ ਮਿੱਤਰ ਸਦਾ ਸਾਥ ਨਹੀਂ ਨਿਭਦੇ, ਉਹ ਪ੍ਰਮਾਤਮਾ ਸਦਾ ਸਾਥ ਨਿਭਦਾ ਹੈ। ਜਦੋਂ ਸਾਡੇ ਤੇ ਕੋਈ ਦੁੱਖ ਦੀ ਘੜੀ ਹੁੰਦੀ ਹੈ ਤਾਂ ਸਾਡੇ ਮਿੱਤਰ, ਸਾਡੇ ਸਾਕ ਸੰਬੰਧੀ ਸਾਡੇ ਕੋਲ ਮੌਜੂਦ ਤੇ ਰਹਿ ਸਕਦੇ ਨੇ। ਕਿਸੇ ਵਕਤ ਆਰਥਿਕ ਤੌਰ ਤੇ ਸਾਡੀ ਸਹਾਇਤਾ ਕਰ ਸਕਦੇ ਨੇ, ਸਰੀਰਕ ਤੌਰ ਤੇ ਸਾਡੀ ਸਹਾਇਤਾ ਕਰ ਸਕਦੇ ਨੇ, ਪਰ ਜਦ ਗੱਲ ਆ ਜਾਂਦੀ ਹੈ ਮਾਨਸਿਕ ਤੌਰ ਤੇ ਸਹਾਇਤਾ ਕਰਨ ਦੀ ਤਾਂ ਸਾਡੇ ਮਿੱਤਰ, ਸਾਡੇ ਸਾਕ ਸੰਬੰਧੀ ਅਸਮਰੱਥ ਨੇ। ਉਹ ਸਾਡੇ ਮਨ ਦੇ ਵਿੱਚ ਧੀਰਜ ਨਹੀਂ ਬੰਧਾ ਸਕਦੇ, ਉਹ ਸਾਡੇ ਮਨ ਨੂੰ ਸ਼ਾਂਤ ਨਹੀਂ ਕਰਵਾ ਸਕਦੇ। ਸਾਂਤਵਨਾ ਦੇ ਸਕਦੇ ਨੇ, ਪਰ ਉਸ ਸਾਂਤਵਨਾ ਦਾ ਸਾਡੇ ਮਨ ਤੇ ਅਸਰ ਨਹੀਂ ਕਰਾ ਸਕਦੇ। ਸਿਰਫ ਉਹ ਇੱਕ ਪਰਮਾਤਮਾ ਹੈ ਜਿਹੜਾ ਮਾਨਸਿਕ ਤੌਰ ਤੇ ਸਾਡੀ ਸਹਾਇਤਾ ਕਰ ਸਕਦਾ ਹੈ। ਜਦੋਂ ਸਾਡੀ ਉਸ ਪਰਮਾਤਮਾ ਦੇ ਨਾਲ ਪ੍ਰੀਤ ਜੁੜੀ ਹੁੰਦੀ ਹੈ ਤਾਂ ਵੱਡੀ ਤੋਂ ਵੱਡੀ ਭੀੜ ਵੀ ਪੈ ਜਾਏ, ਜ਼ਿੰਦਗੀ ਦੇ ਵਿੱਚ ਅਸੀਂ ਮਾਯੂਸ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ। ਇਸੇ ਲਈ ਗੁਰੂ ਜੀ ਕਹਿੰਦੇ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ, ਕਿ ਮੈਂ ਮਿੱਤਰ ਤੇ ਬਹੁਤ ਬਣਾਏ ਨੇ, ਪਰ ਬਲਿਹਾਰੇ ਸਿਰਫ ਉਸ ਇੱਕ ਪਰਮਾਤਮਾ ਤੋਂ ਜਾਂਦਾ ਹਾਂ। ਸਭ ਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ। ਸਾਰੇ ਗੁਣ ਕਿਸੇ ਵੀ ਮਨੁੱਖ ਦੇ ਵਿੱਚ, ਕਿਸੇ ਵੀ ਜੀਵ ਦੇ ਵਿੱਚ ਮੌਜੂਦ ਨਹੀਂ, ਸਿਰਫ ਉਸ ਪ੍ਰਮਾਤਮਾ 'ਚ ਮੌਜੂਦ ਨੇ। ਉਹਦੇ ਖਜ਼ਾਨੇ ਸਦਾ ਭਰੇ ਰਹਿੰਦੇ ਨੇ। ਚੌਦਿਸ ਜਪੀਐ ਨਾਉ ਸੂਖ ਸਵਾਰੀਆ, ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ। ਗੁਰੂ ਜੀ ਕਹਿੰਦੇ ਕਿ ਚਾਰੇ ਦਿਸ਼ਾਵਾਂ ਦੇ ਵਿੱਚ ਹੀ ਤੇਰਾ ਨਾਮ ਜਪਿਆ ਜਾ ਰਿਹਾ ਹੈ, ਤੇ ਜਿਹੜਾ ਵੀ ਜੀਵ ਤੇਰਾ ਨਾਮ ਜਪਦਾ ਹੈ ਉਹ ਸੁੱਖ ਆਨੰਦ ਦੇ ਵਿੱਚ ਰਹਿੰਦਾ ਹੈ, ਉਹਦਾ ਜੀਵਨ ਸੰਵਰ ਜਾਂਦਾ ਹੈ। ਮੈਂ ਇਸ ਗੱਲ ਨੂੰ ਸਮਝਦਾ ਹਾਂ, ਇਸ ਕਰਕੇ ਮੈਂ ਆਹੀ ਓੜ ਤੁਹਾਰ, ਮੈਂ ਤੇਰੀ ਓਟ ਦੇ ਵਿੱਚ, ਤੇਰੇ ਆਸਰੇ ਦੇ ਵਿੱਚ ਆਇਆ ਹਾਂ, ਮੈਂ ਤੇਰੇ ਤੋਂ
ਬਲਿਹਾਰੇ ਜਾਂਦਾ ਹਾਂ। ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ। ਮੋਹ ਕੁਪਾਰੀਆ ਤੋਂ ਭਾਵ ਮੋਹ ਦਾ ਖੂਹ। ਕਹਿੰਦੇ ਗੁਰੂ ਨੇ ਬਾਹਾਂ ਖਿਲਾਰ ਕੇ ਮੈਨੂੰ ਮੋਹ ਦੇ ਖੂਹ ਵਿੱਚੋਂ ਕੱਢ ਲਿਆ ਹੈ। ਮੈਂ ਜੀਤਿਓ ਜਨਮ ਅਪਾਰ ਬੌਰ ਨਾ ਹਾਰੀਆ। ਤੇ ਗੁਰੂ ਦੀ ਕਿਰਪਾ ਦੇ ਨਾਲ, ਕਿਉਂਕਿ ਗੁਰੂ ਨੇ ਮੈਨੂੰ ਮੋਹ ਦੇ ਖੂਹ ਵਿੱਚੋਂ ਕੱਢ ਲਿਆ ਹੈ, ਮੈਂ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਲਿਆ ਹੈ। ਬੌਰ ਨਾ ਹਾਰੀਆ। ਤੇ ਹੁਣ ਕਹਿੰਦੇ ਮੈਨੂੰ ਸਮਝ ਦੇ ਵਿੱਚ ਗੱਲ ਆ ਗਈ ਹੈ, ਹੁਣ ਮੈਂ ਮੋਹ ਦੇ ਅੱਗੇ ਇਹ ਬਾਜੀ ਦੁਬਾਰਾ ਨਹੀਂ ਹਾਰਾਂਗਾ। ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ। ਮੈਂ ਸਾਰੇ ਗੁਣਾਂ ਦਾ ਖਜ਼ਾਨਾ ਉਹ ਪ੍ਰਮਾਤਮਾ ਪਾ ਲਿਆ ਹੈ। ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਕਿ ਮੈਂ ਉਸ ਪ੍ਰਮਾਤਮਾ ਨੂੰ ਪਾ ਲਿਆ ਹੈ। ਉਹ ਪ੍ਰਮਾਤਮਾ ਜਿਹਦੀਆਂ ਕਹਾਣੀਆਂ ਨੂੰ ਕਿਹਾ ਨਹੀਂ ਜਾ ਸਕਦਾ, ਜਿਹਦੀ ਸਿਫਤ ਸਲਾਹ ਦੀਆਂ ਗੱਲਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਦਰਗਾਹ ਸ਼ੋਭਾ ਬੰਤ ਬਾਲ ਉਡਾਰੀਆ। ਜਿਨ੍ਹਾਂ ਮਨੁੱਖਾਂ ਨੇ ਵੀ ਉਸ ਪ੍ਰਮਾਤਮਾ ਨੂੰ ਹਾਸਲ ਕਰ ਲਿਆ ਹੈ, ਉਹਦੀ ਦਰਗਾਹ 'ਤੇ ਉਹਨਾਂ ਨੂੰ ਸ਼ੋਭਾ ਮਿਲਦੀ ਹੈ। ਉਹ ਉਸ ਪ੍ਰਮਾਤਮਾ ਦੀ ਦਰਗਾਹ 'ਤੇ ਬਾਹਾਂ ਖਿਲਾਰ ਕੇ ਤੁਰਦੇ ਨੇ, ਭਾਵ ਕਿ ਬੜੇ ਆਨੰਦ ਦੇ ਵਿੱਚ, ਬੜੀ ਬੇਫਿਕਰੀ ਦੇ ਵਿੱਚ ਤੁਰਦੇ ਨੇ। ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ। ਕਹਿੰਦੇ ਜਨ ਨਾਨਕ ਨੂੰ ਉਸ ਪ੍ਰਮਾਤਮਾ ਦੇ ਨਾਮ ਰੂਪੀ ਬੜਾ ਹੀ ਅਨਮੋਲ, ਬੜਾ ਹੀ ਬੇਸ਼ਕੀਮਤੀ ਰਤਨ ਲੱਭ ਗਿਆ ਹੈ। ਗੁਰ ਸੇਵਾ ਭੌਜਲ ਤਰੀਐ ਕਹੋ ਪੁਕਾਰੀਆ। ਇਸ ਕਰਕੇ ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸੇਵਾ ਕੀਤਿਆਂ, ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਿਆਂ ਇਸ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ। ਜੇਕਰ ਅਸੀਂ ਗੁਰੂ ਦੇ ਲੜ ਲੱਗੀਏ ਤਾਂ ਜਗਤ ਜੀਵਨ ਦਾ ਇਹ ਪੰਥ ਜਿਹੜਾ ਕਦੇ ਡਰਾਉਣਾ ਲੱਗਦਾ ਸੀ, ਉਹ ਵੀ ਮਨੁੱਖ ਬਿਨਾਂ ਕਿਸੇ ਖਤਰੇ ਤੋਂ, ਬਿਨਾਂ ਕਿਸੇ ਡਰ ਤੋਂ ਪਾਰ ਕਰ ਸਕਦਾ ਹੈ। ਗੌੜੀ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਹਰ ਰੰਗ ਰੰਗੋ ਜਪ ਜਿਹਵਾ ਹਰ ਏਕ ਮੰਗੋ ਰਹਾਓ। ਗੁਰੂ ਜੀ ਨੇ ਸਾਨੂੰ ਇਹ ਹਦਾਇਤ ਕੀਤੀ ਹੈ ਕਿ ਆਪਣੀ ਜੀਵ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਜਪੋ ਤੇ ਉਸ ਪ੍ਰਮਾਤਮਾ ਤੋਂ ਸਿਰਫ ਇੱਕ ਹੀ ਚੀਜ਼ ਮੰਗੋ, ਉਹਦਾ ਨਾਮ। ਇਹ ਬਹੁਤ ਮਹੱਤਵਪੂਰਨ ਗੱਲ ਹੈ। ਅੱਜ ਅਸੀਂ ਜੇਕਰ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤਾਂ ਉਹਦੇ ਤੋਂ ਦੁਨਿਆਵੀ ਚੀਜ਼ਾਂ ਹੀ ਮੰਗਦੇ ਹਾਂ। ਸਾਡੀ ਅਰਦਾਸ ਇਹੀ ਹੁੰਦੀ ਹੈ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਦਾ ਸੁੱਖ ਹੋਣ, ਕਿ ਸਾਡਾ ਇਹ ਵਾਲਾ ਕੰਮ ਬਣ ਜਾਏ, ਅਸੀਂ ਤੰਦਰੁਸਤ ਰਹੀਏ। ਅਸੀਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਇਹ ਚੀਜ਼ਾਂ ਮੰਗਦੇ ਹਾਂ। ਪਰ ਗੁਰੂ ਜੀ ਸਾਨੂੰ ਕਹਿੰਦੇ ਨੇ ਕਿ ਜਦੋਂ ਵੀ ਉਸ ਪ੍ਰਮਾਤਮਾ ਅੱਗੇ ਅਰਦਾਸ ਕਰੋ ਤਾਂ ਸਿਰਫ ਇੱਕ ਹੀ ਚੀਜ਼ ਮੰਗੋ, ਉਹ ਹੈ ਉਸ ਪ੍ਰਮਾਤਮਾ ਦਾ ਨਾਮ। ਜਪ ਜਿਹਵਾ ਹਰ ਏਕ ਮੰਗੋ ਨਾਰਾਇਣ ਹਰ ਰੰਗ ਰੰਗੋ। ਆਪਣੇ ਮਨ ਨੂੰ ਉਸ ਪ੍ਰਮਾਤਮਾ ਦੇ ਪਿਆਰ ਦੇ ਰੰਗ ਦੇ ਵਿੱਚ ਰੰਗੋ, ਉਹਦੇ ਨਾਲ ਪਿਆਰ ਪਾਓ। ਤਜ ਹਉਮੈ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ। ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰੋ, ਗੁਰੂ ਦੇ ਗਿਆਨ ਦੇ ਉੱਤੇ ਚੱਲ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰੋ। ਪਰ ਗੁਰੂ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲ ਕੇ ਇਹ ਕਾਰਜ ਉਹੀ ਮਨੁੱਖ ਕਰ ਸਕਦਾ ਹੈ ਜਿਹਦੇ ਮੱਥੇ ਤੇ ਧੁਰੋਂ ਹੀ ਉਸ ਪ੍ਰਮਾਤਮਾ ਨੇ ਇਹ ਲੇਖ ਲਿਖਿਆ ਹੁੰਦਾ ਹੈ। ਜੋ ਦੀਸੈ ਸੋ ਸੰਗ ਨਾ ਗਇਓ। ਇਸ ਜਗਤ ਦੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਅਸੀਂ ਜੋ ਕੁਝ ਵੀ ਵੇਖਦੇ ਹਾਂ ਉਹ ਸਾਡੇ ਨਾਲ ਨਹੀਂ ਜਾਂਦਾ। ਸਾਕਤ ਮੂੜ ਲਗੇ ਪਚਮਇਓ। ਪਰ ਫਿਰ ਵੀ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਮਨੁੱਖ ਇਸ ਮਾਇਆ ਦੇ ਮੋਹ ਦੇ ਵਿੱਚ ਹੀ ਪਰਚਿਆ ਰਹਿੰਦਾ ਹੈ, ਇਹਦੇ ਮੋਹ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ ਤੇ ਅਜਿਹਾ ਕਰਕੇ ਆਤਮਿਕ ਮੌਤ ਸਹੇੜਦਾ ਹੈ, ਆਪਣੇ ਮਨ ਦੀ ਸ਼ਾਂਤੀ ਗਵਾਉਂਦਾ ਹੈ। ਮੋਹਨ ਨਾਮ ਸਦਾ ਰਵ ਰਹੇ। ਮਨ ਨੂੰ ਮੋਹ ਲੈਣ ਵਾਲੇ ਉਸ ਪ੍ਰਮਾਤਮਾ ਦਾ ਨਾਮ ਸਦਾ ਹੀ ਹਰ ਥਾਂ ਰਵਿਆ ਹੋਇਆ ਹੈ। ਕੋਟ ਮਤੇ ਕਿਨੈ ਗੁਰਮੁਖ ਲਹਿਓ। ਪਰ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਮਨੁੱਖ ਨੂੰ ਹੀ ਇਹ ਗੱਲ ਸਮਝ ਦੇ ਵਿੱਚ ਪੈਂਦੀ ਹੈ ਤੇ ਕੋਈ ਵਿਰਲਾ ਮਨੁੱਖ ਹੀ ਉਸ ਪ੍ਰਮਾਤਮਾ ਦੇ ਨਾਮ ਨੂੰ ਹਾਸਲ ਕਰਦਾ ਹੈ। ਹਰ ਸੰਤਨ ਕਰ ਨਮੋ ਨਮੋ। ਕਹਿੰਦੇ ਉਸ ਪ੍ਰਮਾਤਮਾ ਦੇ ਸੇਵਕਾਂ ਨੂੰ ਸਦਾ ਹੀ ਨਮਸਕਾਰ ਕਰੋ। ਨੌ ਨਿਧ ਪਾਵੈ ਅਤੁਲ ਸੁਖੋ। ਅਜਿਹਾ ਕਰਕੇ ਅਸੀਂ ਦੁਨੀਆ ਦੇ 9 ਖਜ਼ਾਨਿਆਂ ਦੇ ਬਰਾਬਰ ਉਸ ਪ੍ਰਮਾਤਮਾ ਦਾ ਨਾਮ ਹਾਸਲ ਕਰ ਸਕਦੇ ਹਾਂ
ਤੇ ਬੇਅੰਤ ਸੁੱਖ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਉਸ ਪ੍ਰਮਾਤਮਾ ਦੇ ਸੇਵਕਾਂ ਨੂੰ ਨਮਸਕਾਰ ਕਰਦੇ ਰਹੀਏ, ਉਹਦੇ ਸੇਵਕਾਂ ਦੇ ਪਿਆਰ ਦੇ ਵਿੱਚ ਪਈਏ, ਉਹਦੇ ਸੇਵਕਾਂ ਦੀ ਵੀ ਸੇਵਾ ਕਰੀਏ। ਨੈਣ ਅਲੋਵੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਧੋ। ਪ੍ਰਮਾਤਮਾ ਦੇ ਜਿਹੜੇ ਸੇਵਕ ਖਜ਼ਾਨਿਆਂ ਵਰਗਾ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦਿਆਂ ਦੇ ਵਿੱਚ ਗਾਉਂਦੇ ਰਹਿੰਦੇ ਹਨ। ਗੁਰੂ ਜੀ ਕਹਿੰਦੇ ਮੇਰੀ ਇੱਛਾ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਨਾਮ ਜਪਦਿਆਂ ਨੂੰ ਵੇਖਦਾ ਰਹਾਂ। ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋ ਤੇ ਰਹਿਓ। ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਵਰਗੇ ਵਿਕਾਰਾਂ ਨੂੰ ਖਤਮ ਕਰ ਲਿਆ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਇੱਕ ਵਾਰ ਫਿਰ ਤੋਂ ਦੱਸਦੇ ਹਾਂ ਕਿ ਇਹ ਜਨਮ ਮਰਨ ਦਾ ਗੇੜ ਸਾਡੇ ਇਸੇ ਜੀਵਨ ਦੇ ਵਿੱਚ ਹੀ ਹੈ। ਜਦ ਸਾਨੂੰ ਕੁਝ ਮਿਲ ਜਾਏ ਤਾਂ ਸਾਡਾ ਜਨਮ ਹੈ, ਜਦ ਸਾਡੇ ਤੋਂ ਕੁਝ ਖੁੱਸ ਜਾਏ ਤਾਂ ਸਾਡਾ ਮਰਨ ਹੈ। ਹੁਣ ਜੇਕਰ ਅਸੀਂ ਆਪਣੇ ਅੰਦਰੋਂ ਮੋਹ ਨੂੰ ਖਤਮ ਕਰ ਲਈਏ ਤਾਂ ਨਾ ਤਾਂ ਸਾਨੂੰ ਕਿਸੇ ਚੀਜ਼ ਦੇ ਮਿਲਣ ਦੀ ਤਾਂਘ ਹੋਏਗੀ ਤੇ ਨਾ ਹੀ ਕਿਸੇ ਚੀਜ਼ ਦੇ ਖੁੱਸਣ ਦਾ ਦੁੱਖ ਹੋਏਗਾ। ਭਾਵ ਅਸੀਂ ਨਾ ਜਨਮਾਂਗੇ ਨਾ ਮਰਾਂਗੇ, ਇਸ ਗੇੜ ਚੋਂ ਨਿਕਲ ਜਾਵਾਂਗੇ। ਇਸੇ ਪ੍ਰਕਾਰ ਹੀ ਲੋਭ ਦੀ ਗੱਲ ਹੈ। ਜਿਹੜਾ ਮਨੁੱਖ ਲੋਭੀ ਹੈ ਉਹਦੀ ਸਦਾ ਹੀ ਕਿਸੇ ਨਾ ਕਿਸੇ ਚੀਜ਼ ਤੇ ਅੱਖ ਟਿਕੀ ਰਹਿੰਦੀ ਹੈ ਕਿ ਹੁਣ ਮੈਂ ਇਹ ਹਾਸਲ ਕਰ ਲਵਾਂ, ਹੁਣ ਮੈਂ ਇਹ ਹਾਸਲ ਕਰ ਲਵਾਂ। ਜਦ ਤੱਕ ਉਹ ਚੀਜ਼ ਨਹੀਂ ਮਿਲਦੀ ਉਦੋਂ ਤੱਕ ਉਹਦਾ ਮਰਨ ਹੀ ਹੁੰਦਾ ਹੈ। ਜਦੋਂ ਮਿਲ ਜਾਂਦੀ ਹੈ ਤੇ ਜਨਮ ਹੋ ਜਾਂਦਾ ਹੈ, ਤੇ ਜਦ ਲੋਭ ਹੀ ਨਾ ਹੋਇਆ ਤਾਂ ਜਨਮ ਮਰਨ ਦਾ ਇਹ ਗੇੜ ਹੀ ਨਹੀਂ ਰਹੇਗਾ। ਤੇ ਇਸੇ ਪ੍ਰਕਾਰ ਹੀ ਕਾਮ ਤੇ ਕ੍ਰੋਧ ਦੀ ਗੱਲ ਹੈ। ਜਦੋਂ ਮਨੁੱਖ ਕ੍ਰੋਧ ਦੇ ਵਿੱਚ ਹੈ ਤੇ ਸਮਝੋ ਮਰਿਆ ਹੋਇਆ ਹੈ, ਤੇ ਜਦੋਂ ਕ੍ਰੋਧ ਦੇ ਵਿੱਚ ਨਹੀਂ ਹੈ ਤਾਂ ਜਨਮਿਆ ਹੋਇਆ ਹੈ। ਤੇ ਜੇਕਰ ਅਸੀਂ ਆਪਣੇ ਅੰਦਰੋਂ ਕ੍ਰੋਧ ਨੂੰ ਖਤਮ ਹੀ ਕਰ ਲਈਏ ਤਾਂ ਇਸ ਗੇੜ ਦੇ ਵਿੱਚ ਸਾਨੂੰ ਪੈਣ ਦੀ ਜ਼ਰੂਰਤ ਹੀ ਨਹੀਂ ਪਏਗੀ। ਅੱਗੇ ਚੱਲਦੇ ਹਾਂ। ਦੁੱਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਗੁਰੂ ਗਿਆਨ ਨੂੰ ਪੱਕਾ ਕਰ ਦਿੰਦਾ ਹੈ, ਉਸ ਪ੍ਰਮਾਤਮਾ ਦੀ ਯਾਦ ਨੂੰ, ਉਹਦੇ ਨਿਯਮ ਨੂੰ ਪੱਕਾ ਕਰ ਦਿੰਦਾ ਹੈ, ਉਹਦੇ ਅੰਦਰ ਗਿਆਨ ਦਾ ਦੀਪਕ ਬਲ ਜਾਂਦਾ ਹੈ। ਤੇ ਜਦੋਂ ਗਿਆਨ ਦਾ ਦੀਪਕ ਬਲ ਗਿਆ, ਚਾਨਣ ਹੋ ਗਿਆ, ਤਾਂ ਉਹਦੇ ਹਿਰਦੇ ਘਰ ਚੋਂ ਦੁੱਖਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਨ ਸੇਵਿਆ ਸੋ ਪਾਰ ਪਰੇ। ਜਿਨ੍ਹਾਂ ਮਨੁੱਖਾਂ ਨੇ ਵੀ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ, ਉਹਦੀ ਸੇਵਾ ਕੀਤੀ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਜਨ ਨਾਨਕ ਗੁਰਮੁਖ ਜਗਤ ਤਰਿਓ। ਹੇ ਨਾਨਕ, ਜੋ ਗੁਰਮੁਖ ਹਨ ਉਹ ਔਖੇ ਜਾਪਣ ਵਾਲੇ ਇਸ ਜਗਤ ਦੇ ਪੰਥ ਨੂੰ ਤਰ ਜਾਂਦੇ ਨੇ, ਇਸ ਤੋਂ ਪਾਰ ਲੰਘ ਜਾਂਦੇ ਨੇ, ਇਸ ਜੀਵਨ ਤੋਂ ਡਰਦੇ ਨਹੀਂ। ਮਹਿਲਾ ਪੰਜਵਾਂ ਗੌੜੀ। ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰਾ ਮਨ ਸਭ ਸੁਖ ਪਾਇਓ ਰਹਾਓ। ਪ੍ਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਤੇ ਮੇਰੇ ਮਨ ਨੇ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ। ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸ਼ੀਤ ਲਾਇਓ। ਮਨ ਦੇ ਵਿੱਚ ਵਿਕਾਰਾਂ ਦੀ ਤਪਸ਼ ਸੀ। ਮੇਰਾ ਮਨ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਰਿਹਾ ਸੀ, ਬਲ ਰਿਹਾ ਸੀ। ਗੁਰੂ ਨੇ ਆਪਣੇ ਸ਼ਬਦ ਛਿੜਕੇ, ਸ਼ਬਦ ਚੰਦਨ ਛਿੜਕਿਆ ਤੇ ਮੇਰਾ ਮਨ ਠੰਡਾ ਠਾਰ ਹੋ ਗਿਆ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀਪਾਇਓ। ਗੁਰੂ ਨੇ ਮੇਰੇ ਮਨ ਦੇ ਵਿੱਚ ਗਿਆਨ ਦਾ ਐਸਾ ਦੀਪਕ ਜਲਾਇਆ ਕਿ ਮੇਰੇ ਮਨ ਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਮਿਟ ਗਿਆ। ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ। ਇਹ ਜੋ ਸੰਸਾਰ ਹੈ ਇਹ ਮਾਨੋ ਅੱਗ ਦਾ ਬਹੁਤ ਹੀ ਗਹਿਰਾ ਸਮੁੰਦਰ ਹੈ ਤੇ ਮੈਂ ਸਾਧ ਸੰਗਤ ਦੀ ਬੇੜੀ ਦੇ ਵਿੱਚ ਚੜ੍ਹ ਕੇ ਇਸ ਸਮੁੰਦਰ ਤੋਂ ਪਾਰ ਲੰਘ ਆਇਆ ਹਾਂ। ਨਾ ਹਮ ਕਰਮ ਨਾ ਧਰਮ ਸੁਚ ਪ੍ਰਭ ਗਹਿ ਭੁਜਾ ਅਪਾਇਓ। ਗੁਰੂ ਜੀ ਕਹਿੰਦੇ ਨਾ ਹੀ ਤੇ ਮੈਂ ਕੋਈ ਕਰਮ ਕਾਂਡ ਕੀਤੇ ਨੇ, ਨਾ ਹੀ ਧਾਰਮਿਕ ਸੁਚਤਾ ਵਾਲੇ ਕੋਈ ਕਾਰਜ ਕੀਤੇ ਨੇ। ਮੇਰੀ ਤੇ ਪ੍ਰਮਾਤਮਾ ਨੇ ਬਾਂਹ ਫੜ ਲਈ ਤੇ ਮੈਨੂੰ ਆਪਣਾ ਬਣਾ ਲਿਆ।
ਭਉ ਖੰਡਨ ਦੁਖ ਭੰਜਨੋ ਭਗਤ ਵਸ਼ਲ ਹਰ ਨਾਇਓ। ਭਗਤ ਵਸ਼ਲ ਹਰ ਨਾਇਓ ਤੋਂ ਭਾਵ ਭਗਤੀ ਨਾਲ ਪਿਆਰ ਕਰਨ ਵਾਲੇ ਉਸ ਪ੍ਰਮਾਤਮਾ ਦਾ ਨਾਮ। ਤੇ ਗੁਰੂ ਜੀ ਕਹਿੰਦੇ ਇਹ ਨਾਮ ਭਉ ਖੰਡਨ ਦੁਖ ਭੰਜਨੋ, ਭਰਮਾਂ ਨੂੰ ਦੂਰ ਕਰਨ ਵਾਲਾ ਤੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਪ੍ਰਮਾਤਮਾ ਦਾ ਨਾਮ ਇਸ ਗੱਲ ਦੇ ਸਮਰੱਥ ਹੈ ਕਿ ਸਾਡੇ ਮਨ ਦੇ ਵਿੱਚੋਂ ਭਟਕਣਾ ਨੂੰ ਦੂਰ ਕਰ ਸਕੇ ਤੇ ਦੁੱਖਾਂ ਦਾ ਨਾਸ ਕਰ ਸਕੇ। ਅਨਾਥੈ ਨਾਥ ਕਿਰਪਾਲ ਦੀਨ ਸਮਰੱਥ ਸੰਤ ਉਟਾਇਓ। ਇਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਗੁਰੂ ਜੀ ਨੇ ਉਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਹੈ ਕਿ ਹੇ ਅਨਾਥਾਂ ਦੇ ਨਾਥ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਹੇ ਸੰਤਾਂ ਦੇ ਸਹਾਰੇ, ਹੇ ਪ੍ਰਭੂ ਪਾਤਸ਼ਾਹ, ਨਿਰਗੁਣਿਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ। ਕਿ ਮੇਰੀ ਨਿਰਗੁਣਿਆਰੇ ਦੀ, ਗੁਣਹੀਣ ਦੀ ਤੇਰੇ ਅੱਗੇ ਬੇਨਤੀ ਹੈ ਕਿ ਮੈਨੂੰ ਆਪਣਾ ਦਰਸ਼ਨ ਦੇ। ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰਾ ਆਇਓ। ਤੇਰਾ ਸੇਵਕ ਨਾਨਕ ਤੇਰੀ ਸ਼ਰਨ ਦੇ ਵਿੱਚ ਆਇਆ ਹੈ, ਤੇਰੇ ਦਰ ਤੇ ਆਇਆ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 241ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੀ ਹੀ ਸਰਲਤਾ ਦੇ ਨਾਲ ਗੁਰੂ ਜੀ ਨੇ ਇੱਕ ਵਾਰ ਫਿਰ ਤੋਂ ਸਾਨੂੰ ਉਸ ਪ੍ਰਮਾਤਮਾ ਦੇ ਚਰਨੀ ਲੱਗਣ ਦੀ ਹਦਾਇਤ ਕੀਤੀ ਹੈ। ਉਹਦੇ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਵਸਾਉਣ ਦੇ ਲਈ ਕਿਹਾ ਹੈ। 2 ਪੰਕਤੀਆਂ ਦੇ ਵਿੱਚ ਗੁਰੂ ਦੇ ਗਿਆਨ ਦੇ ਦੀਪਕ ਦੀ ਵੀ ਗੱਲ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਥਾਹ ਗਿਆਨ ਮੌਜੂਦ ਹੈ। ਜਿਵੇਂ ਜਿਵੇਂ ਅਸੀਂ ਪੜ੍ਹਦੇ ਜਾਂਦੇ ਹਾਂ ਉਵੇਂ ਉਵੇਂ ਹੀ ਇਸ ਗਿਆਨ ਦਾ ਦੀਪਕ ਸਾਡੇ ਮਨ ਦੇ ਵਿੱਚ ਰੌਸ਼ਨੀ ਕਰਦਾ ਜਾਂਦਾ ਹੈ ਤੇ ਉਵੇਂ ਉਵੇਂ ਹੀ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਜਾਂਦਾ ਹੈ। ਸਾਡੀ ਪ੍ਰੀਤ ਦੁਨਿਆਵੀ ਚੀਜ਼ਾਂ ਤੋਂ ਹਟ ਕੇ ਉਸ ਪ੍ਰਮਾਤਮਾ ਦੇ ਨਾਲ ਜੁੜਦੀ ਜਾਂਦੀ ਹੈ। ਆਓ ਅਸੀਂ ਇਸ ਕਾਰਜ ਨੂੰ ਜਾਰੀ ਰੱਖੀਏ। ਇਹ ਰਸਤਾ ਜੋ ਅਸੀਂ ਫੜਿਆ ਹੈ ਇਹਦੇ ਤੇ ਚੱਲਦੇ ਰਹੀਏ। ਇਹ ਪਗਡੰਡੀ ਐਸੀ ਹੈ ਜਿਹੜੀ ਕਿ ਜੀਵਨ ਦੇ ਡਰਾਉਣੇ ਰਸਤੇ ਨੂੰ ਸੌਖਾ ਕਰ ਦਿੰਦੀ ਹੈ। ਮੇਰੀਆਂ ਤੁਹਾਡੇ ਸਭਨਾਂ ਦੇ ਲਈ ਇਹੀ ਸ਼ੁਭ ਇੱਛਾਵਾਂ ਨੇ ਕਿ ਤੁਸੀਂ ਇਸ ਸਫ਼ਰ ਨੂੰ ਜਾਰੀ ਰੱਖ ਸਕੋ ਤੇ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਸਾਨੂੰ ਹਿੰਮਤ ਬਖਸ਼ੇ ਕਿ ਅਸੀਂ ਸਾਰੇ ਹੀ ਇਸ ਕਾਰਜ ਨੂੰ ਜਾਰੀ ਰੱਖ ਸਕੀਏ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।